ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਕੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ, ਖਾਸ ਤੌਰ ਦੇ ਉੱਪਰ ਬਾਰਡਰ ਦਾ ਜ਼ਿਕਰ ਕਰਾਂਗੇ ਜਿੱਥੇ ਇਸ ਸਮੇਂ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ। ਬਾਰਡਰ ਦੇ ਉੱਪਰ ਕੀ ਸਥਿਤੀ ਹੈ ਇਸ ਬਾਰੇ ਵੀ ਤੁਹਾਨੂੰ ਇਸ ਬੁਲੇਟਿਨ ਦੇ ਵਿੱਚ ਸਾਰੀ ਜਾਣਕਾਰੀ ਦੇਵਾਂਗੇ। ਬਾਰਡਰ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ। ਇਹ ਅੰਕੜਾ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ ਹੈ ਜਿੱਥੇ ਇਹਨਾਂ ਲੋਕਾਂ ਵੱਲੋਂ ਅਮਰੀਕਾ ਦੇ ਵਾਸਤੇ ਅਸਾਈਲਮ ਮੰਗੀ ਜਾ ਰਹੀ ਹੈ। ਬਾਰਡਰ ਅਧਿਕਾਰੀ ਅਤੇ ਲਗਾਤਾਰ ਹੋਮਲੈਂਡ ਸਿਕਿਉਰਿਟੀ ਇਸ ਗੱਲ ਨੂੰ ਲੈ ਕੇ ਜ਼ੋਰ ਦੇ ਰਹੀ ਹੈ ਕਿ ਬਾਰਡਰ ਅਜੇ ਤੱਕ ਨਹੀਂ ਖੁੱਲਾ। ਜੇਕਰ ਕੋਈ ਬਾਰਡਰ ਟੱਪਦਾ ਹੈ ਤਾਂ ਉਹਨਾਂ ਨੂੰ 5 ਸਾਲ ਦੇ ਬੈਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਵੀਆਂ ਬਾਰਡਰ ਦੇ ਉੱਪਰ ਜੋ ਸਖਤੀਆਂ ਲੱਗੀਆਂ ਉਸ ਤੋਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਜਲਦੀ ਦੇ ਵਿੱਚ ਬਾਰਡਰ ਪਾਰ ਕੀਤਾ ਗਿਆ। ਮਾਈਗ੍ਰੈਂਟਸ ਦੇ ਸੰਬੰਧ ਦੇ ਵਿੱਚ ਐਰੀਜ਼ੋਨਾ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਜਿਹੜੇ ਬਾਰਡਰ ਦੇ ਨਾਲ ਲੱਗਣ ਵਾਲੇ ਖੇਤਰ ਨੇ ਉਸ ਵਾਸਤੇ ਹੁਣ ਐਰੀਜ਼ੋਨਾ ਮੇਅਰ ਵੱਲੋਂ ਕੁਝ ਖਾਸ ਜਾਣਕਾਰੀ ਦਿੱਤੀ ਗਈ ਹੈ। ਐਰੀਜ਼ੋਨਾ ਦੇ ਮੇਅਰ ਵੱਲੋਂ ਕਿਹਾ ਗਿਆ ਕਿ ਕੁਝ ਇਲੀਗਲ ਮਾਈਗ੍ਰੈਂਟਸ ਨੂੰ ਅਮਰੀਕਾ ਦੇ ਵਿੱਚ ਛੱਡਿਆ ਜਾ ਰਿਹਾ, ਜਿਸ ਤੋਂ ਬਾਅਦ ਉਹਨਾਂ ਨੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਵੀ ਗੱਲ ਕਹੀ ਹੈ। ਰਿਪੋਰਟਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਹੁਣ 141 ਇਲੀਗਲ ਮਾਈਗ੍ਰੈਂਟਸ ਨੂੰ ਸ਼ਹਿਰ ਦੇ ਵਿੱਚ ਛੱਡਿਆ ਜਾਏਗਾ। ਇਸ ਬਾਰੇ ਗੱਲ ਕਰਦਿਆਂ ਮੇਅਰ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਲੀਗਲ ਪ੍ਰੋਸੈਸ ਕੀਤਾ ਗਿਆ ਹੈ ਤੇ ਉਹ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆਉਣਗੇ। ਦੱਸ ਦਈਏ ਕਿ ਅਮਰੀਕਾ ਦੇ ਵਿੱਚ ਜੋ ਬਾਰਡਰ ਦੇ ਉੱਪਰ ਟਾਈਟਲ 42 ਲਗਾਇਆ ਗਿਆ ਸੀ ਉਹ ਹੁਣ ਖਤਮ ਹੋ ਚੁੱਕਿਆ ਹੈ, ਜਿਸ ਤੋਂ ਬਾਅਦ 60,000 ਦੇ ਕਰੀਬ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਨੂੰ ਅਮਰੀਕਾ ਵਿੱਚ ਦਾਖਲਾ ਮਿਲ ਸਕੇ। ਅਜਿਹੇ ਦੇ ਵਿੱਚ ਬਾਰਡਰ ਅਧਿਕਾਰੀ ਲਗਾਤਾਰ ਉਹਨਾਂ ਨੂੰ ਇਹੀ ਹਦਾਇਤਾਂ ਜਾਰੀ ਕਰ ਰਹੇ ਨੇ ਕਿ ਬਾਰਡਰ ਅਜੇ ਨਹੀਂ ਖੁੱਲਾ, ਕਿਉਂਕਿ ਇਸ ਤੋਂ ਪਹਿਲਾਂ ਹੀ ਬਾਈਡਨ ਪ੍ਰਸ਼ਾਸਨ ਵੱਲੋਂ ਟਾਈਟਲ 8 ਲਗਾ ਦਿੱਤਾ ਗਿਆ। ਬਾਈਡਨ ਪ੍ਰਸ਼ਾਸਨ ਵੱਲੋਂ ਇਹ ਗੱਲ ਸਪਸ਼ਟ ਕੀਤੀ ਗਈ ਸੀ ਕਿ ਹੁਣ ਜਿਹੜਾ ਵੀ ਬਾਰਡਰ ਪਾਰ ਕਰਕੇ ਆਉਂਦਾ ਹੈ ਉਹਨਾਂ ਨੂੰ ਸਖਤੀ ਦੇ ਵਿੱਚੋਂ ਲੰਘਣਾ ਪਵੇਗਾ, ਭਾਵ ਕਿ ਉਹਨਾਂ ਦੇ ਬਿਆਨ ਹੋਣਗੇ। ਟੈਕਸਸ ਤੋਂ ਜੋ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਉੱਥੇ ਦੱਸਿਆ ਗਿਆ ਕਿ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਗਈ, ਜਿੱਥੇ ਉਹਨਾਂ ਨੇ ਕੁਝ ਕੰਡਿਆਲੀ ਤਾਰਾਂ ਵੀ ਲਗਾ ਦਿੱਤੀਆਂ ਨੇ ਤਾਂ ਕਿ ਮਾਈਗ੍ਰੈਂਟਸ ਦੇ ਦਾਖਲੇ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਟੈਕਸਸ ਦੇ ਜਨਰਲ ਲੈਂਡ ਆਫਿਸਰ ਵੱਲੋਂ ਇੱਕ ਫੁਟੇਜ ਵੀ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਦੱਸਿਆ ਕਿ ਕਿਵੇਂ ਨਦੀ ਦੀ ਵਰਤੋਂ ਕਰਕੇ ਮਾਈਗ੍ਰੈਂਟਸ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ। ਇੱਥੇ ਇਹ ਵੀ ਦੱਸ ਦਈਏ ਕਿ ਪਿਛਲੇ ਹਫ਼ਤੇ ਬਾਈਡਨ ਪ੍ਰਸ਼ਾਸਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਬਾਰਡਰ ਦੇ ਉੱਪਰ ਉਹਨਾਂ ਵੱਲੋਂ 1500 ਐਕਟਿਵ ਟਰੂਪਸ ਨੂੰ ਜਾਣੀ ਕਿ ਫੌਜ ਨੂੰ ਭੇਜਿਆ ਜਾ ਰਿਹਾ ਹੈ, ਜੋ ਕਿ ਕਈਆਂ ਦੇ ਦਾਖਲੇ ਨੂੰ ਸਿੱਧੇ ਤੌਰ ਦੇ ਉੱਪਰ ਹੀ ਰੋਕਣਗੇ। ਇਸ ਤੋਂ ਇਲਾਵਾ ਇਹ ਵੀ ਇੱਕ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਹੁਣ ਲੈਟਿਨ ਅਮਰੀਕਾ ਦੇ ਵਿੱਚ ਪ੍ਰੋਸੈਸਿੰਗ ਸੈਂਟਰ ਬਣਾਏ ਜਾਣਗੇ ਜਿੱਥੋਂ ਪਹਿਲਾਂ ਸਕਰੀਨਿੰਗ ਕਰਵਾਉਣੀ ਜ਼ਰੂਰੀ ਹੋਵੇਗੀ ਤੇ ਨਾਲ ਹੀ ਮੈਕਸੀਕੋ ਦੇ ਨਾਲ ਵੀ ਅਮਰੀਕਾ ਵੱਲੋਂ ਇੱਕ ਮਾਈਗ੍ਰੈਂਟਸ ਦੇ ਸੰਬੰਧ ਵਿੱਚ ਡੀਲ ਕੀਤੀ ਗਈ ਹੈ। ਟਾਈਟਲ 42 ਖਤਮ ਹੋਣ ਤੋਂ ਪਹਿਲਾਂ ਬਾਈਡਨ ਪ੍ਰਸ਼ਾਸਨ ਵੱਲੋਂ ਇੱਕ ਨਵਾਂ ਬਿੱਲ ਪਾਸ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਬਾਰਡਰ ਪਾਰ ਕਰਨ ਵਾਲਿਆਂ ਦੇ ਉੱਪਰ ਸਖਤੀ ਦਾ ਜ਼ਿਕਰ ਕੀਤਾ। ਦੱਸਿਆ ਗਿਆ ਹੈ ਕਿ ਹੁਣ ਜਿਹੜੇ ਬਾਰਡਰ ਪਾਰ ਕਰਨਗੇ ਉਹਨਾਂ ਦੇ ਉੱਪਰ ਕਿਸ ਤਰ੍ਹਾਂ ਦੀ ਸਖਤੀ ਹੋ ਸਕਦੀ ਹੈ। ਬਾਰਡਰ ਦੇ ਸੰਬੰਧ ਦੇ ਵਿੱਚ ਇਹ ਜੋ ਬਿੱਲ ਪਾਸ ਕੀਤਾ ਗਿਆ ਅਜੇ ਇਸ ਨੂੰ ਕਾਨੂੰਨ ਦੇ ਵਿੱਚ ਤਬਦੀਲ ਨਹੀਂ ਕੀਤਾ ਗਿਆ। ਅਮਰੀਕਾ ਬਾਰਡਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਟਾਈਟਲ 42 ਸਮਾਪਤ ਹੋਣ ਤੋਂ ਪਹਿਲਾਂ ਬਾਈਡਨ ਪ੍ਰਸ਼ਾਸਨ ਨੇ ਇੱਕ ਬਿੱਲ ਨੂੰ ਪਾਸ ਕੀਤਾ। ਇਸ ਬਿੱਲ ਦੇ ਵਿੱਚ ਬਾਰਡਰ ਦੇ ਉੱਪਰ ਸਖਤੀ ਲਗਾਉਣਾ ਸ਼ਾਮਿਲ ਹੈ। ਇਸ ਬਿੱਲ ਨੂੰ ਲੈਜਿਸਲੇਸ਼ਨ ਦੇ ਵਿੱਚ 219-213 ਦੇ ਨਾਲ ਪਾਸ ਕੀਤਾ ਗਿਆ। 2 ਰਿਪਬਲਿਕਨਸ ਵੱਲੋਂ ਇਸ ਦੇ ਹੱਕ ਦੇ ਵਿੱਚ ਵੋਟ ਨਹੀਂ ਪਾਈ ਗਈ। ਇਸ ਬਿੱਲ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਰਡਰ ਪਾਰ ਕਰਨਗੇ ਉਹ ਅਸਾਈਲਮ ਨਹੀਂ ਲੈ ਸਕਦੇ ਤੇ ਉਹਨਾਂ ਨੂੰ ਵਾਪਸ ਵੀ ਭੇਜਿਆ ਜਾ ਸਕਦਾ ਹੈ। ਮੌਜੂਦਾ ਸਮੇਂ ਬਾਰਡਰ ਦੇ ਉੱਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਵੀ ਕਾਫੀ ਵਾਇਰਲ ਹੋ ਰਹੀਆਂ ਨੇ। ਵੱਡੀ ਗਿਣਤੀ ਦੇ ਵਿੱਚ ਲੋਕ ਬਾਰਡਰ ਦੇ ਉੱਪਰ ਬੈਠੇ ਇੰਤਜ਼ਾਰ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਅਮਰੀਕਾ ਦੇ ਵਿੱਚ ਦਾਖਲਾ ਮਿਲ ਸਕੇ। ਇਸ ਬਿੱਲ ਦੇ ਵਿੱਚ ਵੈਨੇਜ਼ੁਏਲਾ, ਹੇਤੀ ਅਤੇ ਹੋਰ ਕੁਝ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਉੱਪਰ ਸਖਤੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਦੱਸੀਏ ਕਿ ਬਾਰਡਰ ਦੇ ਸੰਬੰਧ ਦੇ ਵਿੱਚ ਬਾਈਡਨ ਪ੍ਰਸ਼ਾਸਨ ਨੂੰ ਕਾਫੀ ਜ਼ਿਆਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿਸ ਤਰ੍ਹਾਂ ਉਹਨਾਂ ਵੱਲੋਂ ਬਾਰਡਰ ਦੀ ਸਥਿਤੀ ਨੂੰ ਸੰਭਾਲਿਆ ਗਿਆ ਉਸ ਤੋਂ ਬਾਅਦ ਕਈ ਲੋਕ ਇਸ ਦੇ ਵਿਰੋਧ ਦੇ ਵਿੱਚ ਹੀ ਬੋਲਦੇ ਹੋਏ ਦਿਖਾਈ ਦਿੱਤੇ ਹਨ। ਮੈਕਸੀਕੋ ਵੱਲੋਂ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਅਮਰੀਕਾ ਭੇਜੇ ਗਏ ਨੇ। ਇੱਕ ਹੈਰਾਨ ਕਰਨ ਵਾਲਾ ਅੰਕੜਾ ਸਾਹਮਣੇ ਆਇਆ ਜਿੱਥੇ ਦੱਸਿਆ ਗਿਆ ਕਿ ਮੈਕਸੀਕੋ ਵੱਲੋਂ ਕਿੰਨੇ ਪ੍ਰਵਾਸੀਆਂ ਨੂੰ ਵੀਜ਼ੇ ਜਾਰੀ ਕੀਤੇ ਗਏ। ਇਹਨਾਂ ਪ੍ਰਵਾਸੀਆਂ ਨੂੰ ਬਾਰਡਰ ਪਾਰ ਕਰਨ ਦੇ ਵਿੱਚ ਜੋ ਸਹਾਇਤਾ ਮਿਲੀ ਹੈ ਉਸ ਦੇ ਬਾਰੇ ਵੀ ਗੱਲ ਕੀਤੀ ਗਈ ਹੈ। ਮੈਕਸੀਕੋ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਕਈਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਜਿਸ ਦੇ ਨਾਲ ਲੋਕ ਅਮਰੀਕਾ ਦੀ ਸਰਹੱਦ ਪਾਰ ਕਰਕੇ ਗਏ ਹਨ। ਇਸ ਬਾਰੇ ਕੁਝ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਨੇ।
ਮੈਕਸੀਕੋ ਦੇ ਵਿਦੇਸ਼ ਮੰਤਰਾਲੇ ਅਤੇ ਨੈਸ਼ਨਲ ਇੰਸਟੀਚਿਊਟ ਆਫ ਮਾਈਗ੍ਰੇਸ਼ਨ ਨੇ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਕਿਸੇ ਵੀ ਤਬਦੀਲੀ ਬਾਰੇ ਟਿੱਪਣੀ ਦਾ ਕੋਈ ਜਵਾਬ ਨਹੀਂ ਦਿੱਤਾ। ਮੈਕਸੀਕੋ ਦੇ ਨੈਸ਼ਨਲ ਇੰਸਟੀਚਿਊਟ ਆਫ ਮਾਈਗ੍ਰੇਸ਼ਨ ਦੁਆਰਾ ਜਾਰੀ ਅੰਕੜਿਆਂ ਮੁਤਾਬਕ 2 ਅਪ੍ਰੈਲ ਤੋਂ 3 ਮਈ ਤੱਕ ਗੁਆਟੀਮਾਲਾ ਦੇ ਨਾਲ ਲੱਗਦੀ ਸਰਹੱਦ ਦੇ ਨਾਲ ਲੱਗਦੇ ਚਾਪਸ ਰਾਜ ਦੇ ਵਿੱਚ ਪ੍ਰਵਾਸੀਆਂ ਨੂੰ ਲਗਭਗ 30,000 ਮਾਨਵਤਾਵਾਦੀ ਵੀਜ਼ੇ ਜਾਰੀ ਕੀਤੇ, ਜੋ ਕਿ ਪਹਿਲੇ 3 ਮਹੀਨਿਆਂ ਵਿੱਚ ਮਾਸਿਕ ਔਸਤ ਨਾਲੋਂ 3 ਗੁਣਾ ਵੱਧ ਹੈ। ਪਰ ਪਿਛਲੇ ਮਹੀਨੇ ਵਿੱਚ ਵੀਜ਼ਾ ਸੰਖਿਆ ਅੰਦਰ ਤੇਜ਼ੀ ਦੇ ਨਾਲ ਵਾਧਾ ਹੋਇਆ। ਸਾਲ 2022 ਦੇ ਵਿੱਚ ਮੈਕਸੀਕਨ ਅਧਿਕਾਰੀਆਂ ਨੇ 4,46,000 ਤੋਂ ਵੱਧ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ, ਜੋ ਕਿ ਇੱਕ ਵੱਡਾ ਅੰਕੜਾ ਹੈ। ਮੈਕਸੀਕੋ ਵੱਲੋਂ ਜਾਰੀ ਕੀਤੇ ਗਏ ਵੀਜ਼ਾ ਪ੍ਰਵਾਸੀਆਂ ਨੂੰ ਦੇਸ਼ ਦੇ ਅੰਦਰ ਯਾਤਰਾ ਕਰਨ, ਬੱਸ ਟਿਕਟਾਂ ਤੇ ਹਵਾਈ ਕਿਰਾਇਆ ਖਰੀਦਣ ਅਤੇ ਸੰਯੁਕਤ ਰਾਜ ਦੀ ਸਰਹੱਦ ਤੱਕ ਜਾਣ ਦੀ ਆਗਿਆ ਦਿੰਦਾ ਹੈ। ਮੈਕਸੀਕਨ ਸਰਕਾਰ ਨੇ ਲੰਬੇ ਸਮੇਂ ਤੋਂ ਪ੍ਰਵਾਸੀਆਂ ਨੂੰ ਅਜਿਹੇ ਹਜ਼ਾਰਾਂ ਡਾਕੂਮੈਂਟਸ ਜਾਰੀ ਕੀਤੇ, ਜਿਸ ਦਾ ਹੁਣ ਜ਼ਿਕਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਟਾਈਟਲ 42 ਨੂੰ ਹੁਣ ਸਖਤ ਨਿਯਮ ਦੇ ਵਿੱਚ ਬਦਲ ਦਿੱਤਾ ਹੈ। ਟਾਈਟਲ 42 ਦੀ ਜਗ੍ਹਾ ਹੁਣ ਟਾਈਟਲ 8 ਲਗਾ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਸਰਹੱਦ ਪਾਰ ਕਰਨ ਦੀ ਗੈਰ ਕਾਨੂੰਨੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀਆਂ ਨੂੰ ਹੁਣ ਸਖਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਾਰਡਰ ਦੀ ਸਥਿਤੀ ਦਾ ਮੁੱਦਾ ਉੱਠਿਆ ਹੈ, ਜਿੱਥੇ ਹਰ ਕੋਈ ਇਸ ਬਾਰੇ ਆਪਣਾ ਪੱਖ ਰੱਖਦਾ ਹੋਇਆ ਦਿਖਾਈ ਦਿੱਤਾ ਹੈ ਤੇ ਇੱਕ ਹੋਰ ਸ਼ਖਸੀਅਤ ਵੱਲੋਂ ਵੀ ਇਸ ਦਾ ਜ਼ਿਕਰ ਕੀਤਾ ਗਿਆ। ਬਾਰਡਰ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਹਾਊਸ ਦੇ ਵਿੱਚ ਬਾਰਡਰ ਦੇ ਮੁੱਦੇ ਦੇ ਉੱਪਰ ਵਿਚਾਰ ਹੋਇਆ, ਜਿੱਥੇ ਚਿਪ ਰॉय ਵੱਲੋਂ ਆਪਣਾ ਪੱਖ ਰੱਖਿਆ ਗਿਆ। ਉਹਨਾਂ ਨੇ ਬਾਰਡਰ ਦੇ ਉੱਪਰ ਜੋ ਸਥਿਤੀ ਬਣੀ ਹੈ ਉਸ ਬਾਰੇ ਮੁੱਦਾ ਚੁੱਕਿਆ ਤੇ ਕੀ ਕਿਹਾ ਹੈ ਉਹਨਾਂ ਵੱਲੋਂ, ਆਓ ਤੁਹਾਨੂੰ ਸੁਣਾਉਂਦੇ ਹਾਂ। What we offer today through this rule will be legislation that will strengthen our southern border, secure this country, protect Americans, protect migrants, and ensure that our communities can be safe, particularly along our southern border in states like Texas, where the Speaker and I and many of our colleagues reside, and other friends of ours in Arizona, New Mexico, California that are dealing with this every single day. This bill is pretty simple. It strengthens and requires the administration to enforce existing law and closes the asylum and detention loopholes that have been exploited for years. It curbs releases into the interior, a massive pull factor, by requiring DHS to detain, remove, or place in a safe third country, but in doing so allows a path for migrants to be able to pursue asylum claims, but just simply follows current law to not be released into the United States. Again, it's pretty straightforward. It re-implements the asylum deals that were working and ends the bogus asylum claims. It keeps families together while asylum claims are being processed. It protects unaccompanied children by reforming TVPRA, a request from the Obama administration. It requires DHS to immediately resume border wall construction, which President Biden has halted. The fact is, the American people are very well aware of the crisis at the border that my colleagues on the other side of the aisle seem to ignore. I had some friends send me while I was speaking here the comment section from the New York Times. The comment section from the New York Times. I'm not talking about Breitbart or something. I'm talking about the New York Times. Page after page after page of citizens saying, for example, though I've always voted Democrat, my vote in the next presidential election will go to whichever candidate has the best, most seemingly effective plan for securing our border. It's the most pressing issue for our country. If only the president and my Democratic colleagues would agree. ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ ਵਿਰੋਧ ਕੀਤਾ ਗਿਆ। ਵਿਰੋਧ ਉਹਨਾਂ ਵੱਲੋਂ ਗਵਰਨਰ ਦਾ ਕੀਤਾ ਗਿਆ, ਜਿਨ੍ਹਾਂ ਦੇ ਬਾਰੇ ਉਹ ਗੱਲ ਕਰਦੇ ਹੋਏ ਦਿਖਾਈ ਦਿੱਤੇ ਤੇ ਨਾਲ ਹੀ ਟਰੰਪ ਵੱਲੋਂ ਉਹਨਾਂ ਦੇ ਉੱਪਰ ਸ਼ਬਦੀ ਹਮਲੇ ਕੀਤੇ ਗਏ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਗਵਰਨਰ ਰੌਨ ਦੇ ਉੱਪਰ ਸ਼ਬਦੀ ਹਮਲਾ ਕੀਤਾ ਗਿਆ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਰੌਨ ਨੂੰ ਪਰਸਨੈਲਿਟੀ ਟ੍ਰਾਂਸਪਲਾਂਟ ਦੀ ਜ਼ਰੂਰਤ ਹੈ। ਡੋਨਲਡ ਟਰੰਪ ਇਸ ਮੌਕੇ ਦੇ ਉੱਪਰ ਆਪਣਾ ਪੱਖ ਰੱਖਦੇ ਹੋਏ ਦਿਖਾਈ ਦਿੱਤੇ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। A new and very important poll just came out, the Morning Consult poll, highly respected, and it has us at 60, leading by a lot. 19 is second place, and then they get into the 5s, 4s, 3s, 2s, 1s, and even some 0s in there, a lot of people. But this is incredible. So we're at 60% compared to 19%, and then big drop-offs, really big. And the 19% is going down. That's Ron DeSanctimonious. And you've been watching him fall. He's falling at record levels, and we'll keep it that way. So we got to make sure we have a great election. We're going to win big. And we're leading crooked Joe Biden by a lot.
A lot. The polls are showing we're 7 points up, 8 points, 9 points, and even 11 points in one instance. So we're beating them all, and let's keep it that way because we're going to make America great again. We're going to take back our country, put America first, make America great again. Thank you very much, everybody. Thank you. The problem with Ron DeSanctimonious is that he needs a personality transplant, and those are not yet available. Almost all congressmen and women that served with him and knew him well supported me. Some of them, surprisingly so, because of their relationship with Ron. I would say that when it comes to lack of personality, Ron would be in a class with Asa Hutchinson, and that's not good. Ron's foreign trip was a total bomb. They didn't even know what he was doing there. What are you doing here, Ron? Why are you here? It was a mess. ਇਹ ਸਨ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਅਮਰੀਕਾ ਤੋਂ ਖਾਸ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ।